प्यारे बच्चों, फिजिक्स की क्लास दे विच तुहाडा स्वागत है। कल वाले लैक्चर नूं अगे कंटीन्यू करते हुए आपां काइनामैटिक्स दियां मोशन दियां इक्वेशनस अज बड़े ही सौखे तरीके नाल ड्राइव करांगे। मैं तुहानूं कि इदां दे मैथड नाल इन्हां नूं सॉल्व करावांगा कि तुहानूं इह कदे भी नहीं भुलणगीਆਂ। सो आओ देखिए कि जो असीं कल ग्राफिकल मैथड दे नाल इक्वेशनस ऑफ मोशनस कीतियां सी, ਕਿਹੜੀਆਂ v equals u plus at, second was s equals ut plus half at square, and third was v square minus u square equal to 2as। ਜਿਵੇਂ ਕਿ ਅਸੀਂ ਕੱਲ ਵਾਲੇ ਲੈਕਚਰ 'ਚ ਕੀਤਾ ਸੀ, ਇੱਥੇ ਅਸੀਂ ਡਿਸਪਲੇਸਮੈਂਟ ਦੇ ਸਿੰਬਲ ਨੂੰ ਐਸ ਵੀ ਯੂਜ਼ ਕਰ ਸਕਦੇ ਹਾਂ। ਜੇਕਰ ਡਿਸਪਲੇਸਮੈਂਟ ਸਾਡੀ ਐਕਸ ਡਾਇਰੈਕਸ਼ਨ 'ਚ ਹੋਵੇ, ਕਿਉਂਕਿ ਅਸੀਂ ਵਨ ਡਾਇਮੈਂਸ਼ਨਲ ਮੋਸ਼ਨ ਦੀ ਗੱਲ ਕਰ ਰਹੇ ਹਾਂ, ਤਾਂ ਇਸ ਐਸ ਨੂੰ ਅਸੀਂ ਐਕਸ ਦੇ ਨਾਲ ਵੀ ਰੀਪਲੇਸ ਕਰ ਸਕਦੇ ਹਾਂ, ਐਕਸ ਮਾਈਨਸ ਐਕਸ ਨੋਟ ਨਾਲ ਵੀ ਰੀਪਲੇਸ ਕਰ ਸਕਦੇ ਹਾਂ, ਕਿਉਂਕਿ ਐਕਸ ਨੋਟ ਵਾਜ਼ ਦੀ ਇਨੀਸ਼ੀਅਲ ਪੋਜੀਸ਼ਨ ਐਂਡ ਐਕਸ ਵਾਜ਼ ਦੀ ਫਾਈਨਲ ਪੋਜੀਸ਼ਨ, ਅਤੇ ਦੋਨਾਂ ਦੀ ਸਬਟਰੈਕਸ਼ਨ ਹੈ ਜੋ ਉਹ ਸਾਨੂੰ ਨੈਟ ਡਿਸਪਲੇਸਮੈਂਟ ਦੱਸਦੀ ਆ। ਜੇਕਰ ਮੋਸ਼ਨ ਵਾਈ ਡਾਇਰੈਕਸ਼ਨ 'ਚ ਹੋਵੇ, ਫਿਰ ਅਸੀਂ ਇਸੇ ਕੁਆਂਟਿਟੀ ਨੂੰ y ਮਾਈਨਸ ਵਾਈ ਨੋਟ ਨਾਲ ਵੀ ਰੀਪ੍ਰਜੈਂਟ ਕਰ ਸਕਦੇ ਹਾਂ। ਇਨੀਸ਼ੀਅਲ ਵੈਲੋਸਿਟੀ ਅਸੀਂ u ਪਹਿਲਾਂ ਕੀਤੀ ਹੋਈ ਆ ਪਿਛਲੀਆਂ ਕਲਾਸਾਂ ਦੇ ਵਿੱਚ। ਇੱਥੇ ਅਸੀਂ ਇਨੀਸ਼ੀਅਲ ਵੈਲੋਸਿਟੀ ਨੂੰ v ਨੋਟ ਦੇ ਨਾਲ ਵੀ ਰੀਪ੍ਰਜੈਂਟ ਕਰ ਸਕਦੇ ਹਾਂ। ਇਹਦਾ ਮਤਲਬ ਵੀ ਇਹੀ ਆ, ਵੈਲੋਸਿਟੀ ਐਟ ਟਾਈਮ t ਇਜ਼ ਇਕੁਅਲ ਟੂ 0। v ਨੂੰ ਤਾਂ ਅਸੀਂ ਹੁਣ ਵੀ vo ਯੂਜ਼ ਕਰਦੇ ਹਾਂ। ਸੋ ਇਹ ਸਾਡਾ ਥੋੜ੍ਹਾ ਜਿਹਾ ਟਰਮੀਨੋਲੋਜੀ ਦਾ ਫਰਕ ਰਹਿ ਸਕਦਾ ਹੈ, ਜਾਂ ਇਹਨੂੰ ਕਹਿ ਲਓ ਵੀ ਇਹ ਇੱਕ ਮੋਰ ਐਲੈਬੋਰੇਟਡ ਮੈਥਡ ਹੈ। ਹੁਣ ਸਿਰਫ ਅਸੀਂ ਦੋ ਗੱਲਾਂ ਯਾਦ ਰੱਖਣੀਆਂ। ਇੱਕ ਤਾਂ ਜੋ ਅਸੀਂ ਵੈਲੋਸਿਟੀ ਦੀ ਡੈਫੀਨੇਸ਼ਨ ਪੜ੍ਹੀ ਸੀ, ਦੂਸਰੀ ਜੋ ਐਕਸਲਰੇਸ਼ਨ ਦੀ ਡੈਫੀਨੇਸ਼ਨ ਪੜ੍ਹੀ ਸੀ। ਬਸ ਸਿਰਫ ਦੋ ਫਾਰਮੂਲੇ ਸਾਨੂੰ ਯਾਦ ਹੋਣੇ ਚਾਹੀਦੇ ਇਹਨਾਂ ਦੀਆਂ ਡੈਫੀਨੇਸ਼ਨਸ ਦੇ ਅਕੋਰਡਿੰਗ। ਕਿਵੇਂ? ਵੈਲੋਸਿਟੀ ਅਸੀਂ ਪੜ੍ਹੀ ਸੀ, it is defined as the time rate change of displacement ਜਾਂ position। ਸੋ ਇਹਨੂੰ ਅਸੀਂ ਲਿਖਿਆ ਸੀ dx upon dt। ਐਕਚੁਅਲੀ dx upon dt ਕਿਹੜੀ ਚੀਜ਼ ਨੂੰ ਲਿਖਿਆ ਸੀ? ਇਹ ਲਿਖਿਆ ਸੀ ਲਿਮਿਟ ਡੈਲਟਾ t ਟੈਂਡਿੰਗ ਟੂ 0 ਡੈਲਟਾ x upon ਡੈਲਟਾ t ਨੂੰ। ਓਕੇ, ਇਸੇ ਤਰ੍ਹਾਂ ਐਕਸਲਰੇਸ਼ਨ ਨੂੰ ਅਸੀਂ ਡਿਫਾਈਨ ਕੀਤਾ ਸੀ ਰੇਟ ਆਫ ਚੇਂਜ ਆਫ ਵੈਲੋਸਿਟੀ। ਸੋ ਟਾਈਮ ਰੇਟ ਆਫ ਚੇਂਜ ਆਫ ਵੈਲੋਸਿਟੀ ਨੂੰ ਅਸੀਂ ਐਕਸਲਰੇਸ਼ਨ ਕਹਿੰਦੇ ਆ। ਅਤੇ ਇਹ ਦੋ ਚੀਜ਼ਾਂ ਬਸ ਅਸੀਂ ਯਾਦ ਰੱਖਣੀਆਂ ਨੇ ਅਕੋਰਡਿੰਗ ਟੂ ਡੈਫੀਨੇਸ਼ਨ। ਬਸ ਇਸ ਤੋਂ ਬਾਅਦ ਸਾਡੀਆਂ ਤਿੰਨੇ ਇਕੁਏਸ਼ਨਸ ਕੈਲਕੂਲਸ ਮੈਥਡ ਦੇ ਨਾਲ, ਕੱਲ੍ਹ ਵਾਲੇ ਲੈਕਚਰ 'ਚ ਅਸੀਂ ਗ੍ਰਾਫੀਕਲ ਮੈਥਡ ਕੀਤਾ ਸੀ, ਅੱਜ ਕੈਲਕੂਲਸ ਮੈਥਡ ਦੇ ਨਾਲ ਇਹਨੂੰ ਕਰਾਂਗੇ। ਇਕੁਏਸ਼ਨ ਨੂੰ ਸੋਲਵ ਕਰਨ ਤੋਂ ਪਹਿਲਾਂ ਇੱਥੇ ਜੋ ਇਹ d/dt ਹੈ, ਇਹਨੂੰ ਥੋੜ੍ਹਾ ਜਿਹਾ ਸਮਝ ਲਈਏ ਵੀ d/dt ਕੀ ਹੈ। ਬੇਟੇ d/dt ਇੱਕ ਓਪਰੇਟਰ ਆ ਜਿਹਨੂੰ ਅਸੀਂ ਡੈਰੀਵੇਟਿਵ ਕਹਿੰਦੇ ਹਾਂ। ਡੈਰੀਵੇਟਿਵ ਦਾ ਮਤਲਬ ਟੂ ਫਾਈਂਡ ਚੇਂਜ ਵਿਦਨ ਏ ਵੇਰੀਏਬਲ। ਕਿਸੇ ਵੀ ਵੇਰੀਏਬਲ ਦੇ ਵਿੱਚ, ਕਿਸੇ ਵੀ ਫਿਜ਼ੀਕਲ ਕੁਆਂਟਿਟੀ ਦੇ ਵਿੱਚ ਚੇਂਜ ਫਾਈਂਡ ਕਰਨੀ ਹੋਵੇ ਵਿਦ ਰਿਸਪੈਕਟ ਟੂ ਕਿਸੇ ਹੋਰ ਵੇਰੀਏਬਲ ਦੇ। ਜਿਵੇਂ ਇੱਥੇ ਅਸੀਂ d/dt ਲਿਖ ਰਹੇ ਹਾਂ, ਇਹਦਾ ਮਤਲਬ ਵੀ ਆਰ ਕੈਲਕੂਲੇਟਿੰਗ ਦੀ ਚੇਂਜ ਵਿਦ ਰਿਸਪੈਕਟ ਟੂ t। ਕਿਹਦੇ ਵਿੱਚ ਚੇਂਜ ਫਾਈਂਡ ਕਰਨੀ ਆ? ਐਸ ਇਕੁਏਸ਼ਨ 'ਚ ਵੈਲੋਸਿਟੀ ਚੇਂਜ ਫਾਈਂਡ ਕਰ ਰਹੇ ਹਾਂ, ਐਸ ਇਕੁਏਸ਼ਨ ਦੇ ਵਿੱਚ ਪੋਜੀਸ਼ਨ ਦੇ ਵਿੱਚ ਚੇਂਜ ਫਾਈਂਡ ਕਰ ਰਹੇ ਹਾਂ। ਸੋ ਡੈਰੀਵੇਟਿਵ of a quantity means that we are going to find change in that variable। okay, ਹੁਣ ਇਸ ਡੈਰੀਵੇਟਿਵ ਨੂੰ ਫਾਈਂਡ ਕਰਨ ਦਾ ਤਰੀਕਾ ਕੀ ਆ? ਇਹ ਆਪਰੇਟਰ ਆ ਜਿਹੜਾ, ਇਹ ਕੰਮ ਕਿਵੇਂ ਕਰਦਾ? ਸਪੋਜ਼ ਕਰੀਏ ਅਸੀਂ d/dt of t³ ਫਾਈਂਡ ਕਰਨ ਲੱਗੇ। टी कोई साढ़े कोले t³ साढ़े कोले कोई इक्वेशन आ। सो इत्थे मैं
ਬ੍ਰੈਕਟ ਇੱਧਰ ਪਾ ਦਿੰਦਾ। ਸੋ ਕੀ ਮੈਥਡ ਕੀ ਆ, ਟੀ ਦੇ ਵਿੱਚ ਅਸੀਂ ਚੇਂਜ ਫਾਈਂਡ ਕਰਨੀ ਆ। ਟੀ ਰੇਜ਼ ਟੂ ਪਾਵਰ 3 ਤਾਂ 3 ਅਸੀਂ ਪਹਿਲਾਂ ਲਿਖ ਲਾਂਗੇ ਇੱਥੇ ਇਨਟੂ ਟੀ ਰੇਜ਼ ਟੂ ਦੀ ਪਾਵਰ 3 ਮਾਈਨਸ 1। ਸੋ ਕਿੰਨਾ ਆ ਗਿਆ ਜੀ 3t ਸਕੁਏਅਰ। ਸੋ 3t ਸਕੁਏਅਰ ਇਸ ਫੰਕਸ਼ਨ ਦੀ ਚੇਂਜ ਹੋ ਗਈ ਵਿਦ ਰਿਸਪੈਕਟ ਟੂ ਟਾਈਮ। ਜਨਰਲ ਫਾਰਮੂਲਾ ਦੇਖ ਲਈਏ, ਜੇਕਰ x ਰੇਜ਼ ਟੂ ਦੀ ਪਾਵਰ n ਹੋਵੇ ਤੇ d ਓਵਰ dx ਹੋਵੇ, ਭਾਵ ਅਸੀਂ ਚੇਂਜ ਫਾਈਂਡ ਕਰ ਰਹੇ ਹਾਂ, ਫੰਕਸ਼ਨ ਆ ਸਾਡੇ ਕੋਲ x ਰੇਜ਼ ਟੂ ਪਾਵਰ n ਤੇ ਚੇਂਜ ਫਾਈਂਡ ਕਰ ਰਹੇ ਹਾਂ ਵਿਦ ਰਿਸਪੈਕਟ ਟੂ x। x ਮੀਨਸ ਡਿਸਪਲੇਸਮੈਂਟ ਪੋਜੀਸ਼ਨ ਅਲੋਂਗ ਜਾਂ ਡਿਸਟੈਂਸ ਅਲੋਂਗ x ਐਕਸਿਸ, ਤਾਂ ਇਟ ਵਿਲ ਬੀ ਰਿਟਨ ਐਜ਼ n x ਰੇਜ਼ ਟੂ ਦੀ ਪਾਵਰ n ਮਾਈਨਸ 1। ਸਿੰਪਲ। ਸੋ ਇਸ ਤਰ੍ਹਾਂ ਅਸੀਂ ਡੈਰੀਵੇਟਿਵ ਕੱਢਦੇ ਹਾਂ। ਹੁਣ ਆਈਏ ਅਸੀਂ ਦੂਸਰੇ ਸਾਡੇ ਫੰਕਸ਼ਨ ਤੇ, ਜਿਹੜਾ ਸਾਡੇ ਇਸ ਕੈਲਕੂਲਸ ਦੇ ਵਿੱਚ ਕੰਮ ਆਏਗਾ, ਦੈਟ ਇਜ਼ ਇੰਟੈਗਰੇਸ਼ਨ। ਇੰਟੈਗਰੇਸ਼ਨ ਇਜ਼ ਅਨਦਰ ਫੰਕਸ਼ਨ ਜਿਹਦਾ ਸਿੰਬਲ ਸਾਡੇ ਕੋਲੇ ਹੁੰਦਾ ਇਹ ਵਾਲਾ। ਇਹਨੂੰ ਅਸੀਂ ਯੂਜ਼ ਕਰਦੇ ਹਾਂ ਕਿਸੇ ਫੰਕਸ਼ਨ ਦੇ ਵਿੱਚ ਜੋ ਚੇਂਜਸ ਆਉਂਦੀਆਂ ਹੁੰਦੀਆਂ ਨੇ ਉਹਨਾਂ ਨੂੰ ਕੰਬਾਈਨ ਕਰਨ ਦੇ ਲਈ, ਇਕੱਠਾ ਕਰਨ ਦੇ ਲਈ। ਜਿਵੇਂ ਜੇਕਰ ਅਸੀਂ x ਰੇਜ਼ ਟੂ ਦੀ ਪਾਵਰ n dx ਦਾ ਇੰਟੈਗਰਲ ਫਾਈਂਡ ਕਰਨਾ ਹੈ, ਇਹਦਾ ਮਤਲਬ ਕੀ ਹੈ, x ਰੇਜ਼ ਟੂ ਦੀ ਪਾਵਰ n ਦਾ ਜਿਹੜਾ ਗ੍ਰਾਫ ਹੋਏਗਾ ਉਸ ਦੀਆਂ ਵੈਲਿਊਜ਼ ਹੋਣਗੀਆਂ, ਉਹ ਸਾਰੀਆਂ ਨੂੰ ਸਮ ਅਪ ਕਰਨਾ। ਇਹਦਾ ਮਤਲਬ ਹੋਏਗਾ ਇਕੱਠਾ ਕਰਨਾ, ਇੰਟੈਗਰੇਟ ਕਰਨਾ। ਤੇ ਜੇਕਰ ਇੰਟੈਗਰੇਸ਼ਨ ਦੀ ਲਿਮਿਟਸ ਵੀ ਦਿੱਤੀਆਂ ਹੋਣ, ਸਪੋਜ਼ ਕਰ ਲਓ a ਤੋਂ b ਤੱਕ ਇਹਦੀਆਂ ਲਿਮਿਟਸ ਵੀ ਦਿੱਤੀਆਂ ਹੋਣ, ਤਾਂ ਇਹਨੂੰ ਡੈਫੀਨੇਟ ਇੰਟੈਗਰਲ ਕਿਹਾ ਜਾਂਦਾ। ਅਸੀਂ ਡਿਫਾਈਨ ਕਰਤਾ ਵੀ ਇਸ ਚੀਜ਼ ਨੂੰ ਅਸੀਂ ਸਮ ਅਪ ਕਰਨਾ ਹੈ ਵਿਦ ਇਨ ਦੀ ਲਿਮਿਟਸ a ਟੂ b, ਤਾਂ ਇਸ ਦਾ ਰਿਜ਼ਲਟ ਕੀ ਆਏਗਾ। ਡੈਰੀਵੇਟਿਵ ਦੇ ਵਿੱਚ ਆਪਾਂ n ਦੀ ਪਾਵਰ ਇੱਕ ਘਟਾਈ ਸੀ, ਇੱਥੇ x ਰੇਜ਼ ਟੂ ਦੀ ਪਾਵਰ n ਪਲੱਸ 1 ਡਿਵਾਈਡਡ ਬਾਏ n ਪਲੱਸ 1। ਸੋ ਇਹ ਸਾਡੇ ਕੋਲੇ ਇੰਟੈਗਰਲ ਆ ਜਾਏਗਾ ਵਿਦ ਇਨ ਦੀ ਲਿਮਿਟਸ a ਟੂ b। ਉਹੀ ਲਿਮਿਟਸ ਅਸੀਂ ਇੱਥੇ ਲਿਖ ਲੈਣੀ ਆ। ਨੈਕਸਟ ਸਟੈਪ ਦੇ ਵਿੱਚ ਅਸੀਂ 1 ਓਵਰ n ਪਲੱਸ 1 ਬਾਹਰ ਕੱਢ ਲਾਂਗੇ ਤੇ x ਰੇਜ਼ ਟੂ ਦੀ ਪਾਵਰ n ਪਲੱਸ 1 ਦੀਆਂ ਲਿਮਿਟਸ ਰਹਿ ਜਾਣਗੀਆਂ a ਟੂ b। ਹੁਣ ਇਹਨੂੰ ਸੋਲਵ ਕਰਨ ਲਈ x ਦੀ ਜਗ੍ਹਾ ਤੇ ਪਹਿਲਾਂ ਅਪਰ ਲਿਮਿਟ ਭਰਾਂਗੇ ਤੇ ਮਾਈਨਸ ਲੋਅਰ ਲਿਮਿਟ। ਸੋ 1 ਅਪੋਨ n ਪਲੱਸ 1 ਬਾਹਰ ਆ ਗਿਆ, ਇੱਥੇ ਆਏਗਾ b ਰੇਜ਼ ਟੂ ਦੀ ਪਾਵਰ n ਪਲੱਸ 1 ਮਾਈਨਸ a ਰੇਜ਼ ਟੂ ਦੀ ਪਾਵਰ n ਪਲੱਸ 1। ਸੋ ਦਿਸ ਵਿਲ ਬੀ ਅਵਰ ਰਿਜ਼ਲਟ ਫਾਰ integral of x raised to the power n dx. Simple. Actually, integration is the opposite process of derivative. Derivative ਸਾਨੂੰ ਕਿਸੇ ਚੀਜ਼ ਦੇ ਵਿੱਚ ਚੇਂਜਸ ਫਾਈਂਡ ਕਰਕੇ ਦੱਸਦਾ ਹੈ ਤੇ ਇੰਟੈਗਰਲ ਇੱਕ ਫੰਕਸ਼ਨ ਨੂੰ ਇੱਕ ਫੰਕਸ਼ਨ ਦੀਆਂ ਸਾਰੀਆਂ ਵੈਲਿਊਜ਼ ਨੂੰ ਇਕੱਠਾ ਕਰਕੇ ਦੱਸਦਾ ਹੈ। ਸੋ ਇਹ ਸਾਡੇ ਕੋਲ ਡਿਫਰੈਂਸ ਆ। ਇਹ ਹੁਣ ਦੋਨੇ ਚੀਜ਼ਾਂ ਅਸੀਂ ਥੋੜੀਆਂ ਇੱਥੇ ਯੂਜ਼ ਕਰਾਂਗੇ। ਡੈਰੀਵੇਟਿਵ ਦਾ ਮਤਲਬ ਤੁਹਾਨੂੰ ਸਮਝਾਇਆ, ਇਟ ਇਜ਼ ਯੂਜ਼ ਟੂ ਫਾਈਂਡ ਦੀ ਚੇਂਜ ਇਨ ਏ ਫਿਜ਼ੀਕਲ ਕੁਆਂਟਿਟੀ। ਓਕੇ, ਨਾਓ ਵੀ ਵਿਲ ਪ੍ਰੋਸੀਡ ਟੂ ਪ੍ਰੂਵ ਅਵਰ ਰਿਲੇਸ਼ਨਸ। ਸੋ ਪਹਿਲੀ ਇਕੁਏਸ਼ਨ ਪ੍ਰੂਵ ਕਰਨ ਲਈ ਅਸੀਂ ਜੋ ਸਾਡੀ ਸੈਕੰਡ ਇਕੁਏਸ਼ਨ ਹੈ, ਸੋ ਸਪੋਜ਼ ਕਰ ਲਈਏ ਇਹਨੂੰ ਨੰਬਰ 1, ਇਹਨੂੰ ਨੰਬਰ 2। ਸੋ ਫਰੋਮ 2 2 ਨੰਬਰ ਤੋਂ ਕੀ ਆ ਗਿਆ ਜੀ, A ਐਕਸਲਰੇਸ਼ਨ ਆਫ ਏ ਬੋਡੀ ਇਜ਼ ਰੇਟ ਆਫ ਚੇਂਜ ਆਫ ਵੈਲੋਸਿਟੀ। ਹੁਣ ਵੈਲੋਸਿਟੀ ਚੇਂਜ ਕਰਦੀ ਹੈ, ਰੇਟ ਆਫ ਚੇਂਜ ਆਫ ਵੈਲੋਸਿਟੀ ਚੇਂਜ ਕਰਦੀ ਹੈ ਤਾਂ ਐਕਸਲਰੇਸ਼ਨ ਆ। ਤੇ ਅਸੀਂ ਇਸ ਚੈਪਟਰ ਦੇ ਵਿੱਚ ਸਿਰਫ ਕੌਨਸਟੈਂਟ ਐਕਸਲਰੇਸ਼ਨ ਬਾਰੇ ਪੜ੍ਹ ਰਹੇ ਹਾਂ। ਓਕੇ, ਇਸ ਇਕੁਏਸ਼ਨ ਨੂੰ ਰੀਅਰੇਂਜ ਕਰੀਏ, dv ਦੀ ਵੈਲਿਊ ਕੱਢੀਏ ਜੀ। ਸੋ dv ਸਾਡੇ ਕੋਲ ਆ ਗਿਆ ਐਕਸਲਰੇਸ਼ਨ ਇਨਟੂ dt। ਹੁਣ ਕਿਉਂਕਿ ਵੈਲੋਸਿਟੀ ਚੇਂਜ ਕਰਦੀ ਆ, dv ਸਟੈਂਡਸ ਫਾਰ ਚੇਂਜ ਇਨ ਵੈਲੋਸਿਟੀ। ਇੰਟੈਗਰੇਟਿੰਗ ਬੋਥ ਸਾਈਡਸ, ਸੋ ਇਹਨੂੰ ਇਕੱਠਾ ਕਰ ਲਈਏ ਜੀ। ਇੰਟੈਗਰੇਟ ਕਰਕੇ v0 ਟੂ v, ਇਨੀਸ਼ੀਅਲ ਵੈਲੋਸਿਟੀ ਸਾਡੀ v0
up to v. So it will be equal to acceleration dt टाइम कितना चेंज करता जी साडा ਜਦੋਂ v नॉट वेलोसिटी सी उदों टाइम 0 सी ਜਦੋਂ वेलोसिटी v हो गई उदों टाइम t सी सो इस करके जिस स्पैन ਦੇ ਵਿੱਚ वेलोसिटी चेंज करती आ फ्रॉम v नॉट टू v ਉਹ ਕਿਹੜਾ स्पैन सी टाइम ਦਾ 0 टू t ਹੁਣ ਇਹਨੂੰ इंटैग्रेट करिए dv ਦਾ जो इंटैग्रल ਹੁੰਦਾ ਇਹ ਹੁੰਦਾ ਸਾਡੇ ਕੋਲੇ v सो विद इन दी लिमिट्स v नॉट टू v इधरले पासे एक्सेलरेशन कॉन्सटेंट आ बाहर कढ़ ली क्योंकि जो फंक्शन चेंज ही नहीं करता वो कॉन्सटेंट आ सो इस करके उन्होंने असीं इंटैग्रेट नहीं कर सकते बाहर कढ़ लेंगे टाइम का इंटैग्रल आ गया साढ़े कोले टी फ्रॉम लिमिट्स 0 टू टी अपर लिमिट भरीए माइनस लोअर लिमिट सो v माइनस v नॉट फंक्शन दे विच अपर लिमिट भरी v आ गया माइनस लोअर लिमिट भरी v नॉट इज इक्वल टू a अपर लिमिट भरी t लोअर लिमिट 0 सो इट इज़ a t सो ये साडी फस्ट इक्वेशन प्रूव हो जाती आ जिन्हों असी v इक्वल्स u प्लस a t कहने हुण सैकेंड फॉर्मूले वाल वधिए ਇਹਨੂੰ ਅਸੀਂ दूसरी इक्वेशन तो स्टार्ट किया सी नाउ लेट अस टेक दी इक्वेशन नंबर 1 v इक्वल टू dx अपॉन dt जिवें असी इधर रीअरेंज किया सीगा उस तरीके नाल dx इक्वल टू v dt dx साडा इत्थे आ गया dt इधर चला गया अगेन इंटैग्रेटिंग बोथ साइड्स फ्रॉम लिमिट्स x नॉट टू x क्योंकि जदों डिसप्लेसमेंट 0 सी तो असी उन्होंने x नॉट लैने आ जदों डिसप्लेसमेंट आफ्टर टाइम t x होगी तो x ले ली सो इधरले पासे 0 टू t क्योंकि इधर चेंज कौन करता टाइम हुण इत्थे एस v की वैल्यू असी इत्थों पुट करिए इत्थों v की वैल्यू कितनी आ गई जी v इक्वल्स v नॉट प्लस ए टी v नॉट नूं उधर लै गए सो dx इंटैग्रल फ्रॉम x नॉट टू x इक्वल टू v नॉट प्लस ए टी टाइम्स dt इंटैग्रल 0 टू t dx का इंटैग्रल साढ़े कोले x आ गया लिमिट साडियां हैगियां ने x नॉट टू x इक्वल टू इन्हां नूं असीं हुण कल्ले कल्ले नूं ब्रैकेट खोल लीए dt इहदे नाल इंटू dt इहदे नाल सो v नॉट dt फ्रॉम 0 टू t प्लस ए टी dt 0 टू t ओके सो अपर लिमिट x माइनस लोअर लिमिट एक्स नॉट ये साड़ी आ गई जी डिसप्लेसमेंट अगे वी नॉट टी 0 टू टी प्लस ए साडा बाहर आ गया टी का इंटैग्रल टी की पावर है इत्थे 1 ਇਹਦਾ मतलब ये बन गया टी 1 + 1 2 डिवाइडेड बाय 2 विद इन द लिमिट्स फ्रॉम 0 टू टी ओके सो x माइनस x नॉट इक्वल्स v नॉट टी अपर लिमिट भरती लोअर लिमिट 0 आ गई इसलिए लिखण की लोड़ नहीं प्लस a 2 बाहर ले आए a बाय 2 टी स्केयर दे विच पहला टी पुट किया माइनस 0 पुट की सो टी स्केयर सो दिस बिकम्स आवर सैकेंड फॉर्मूला S इक्वल टू यू टी प्लस हाफ ए टी स्केयर सो दिस इज अपॉन अवर सैकेंड फॉर्मूला आओ हुण थर्ड इक्वेशन वाल आइए थर्ड इक्वेशन नूं प्रूव करन दे लई असीं सैकेंड इक्वेशन नूं दोबारे चूज करते हैं सो इधरों स्टार्ट कर लीए सो वी हैव एक्सेलरेशन इक्वल्स टू dv upon dt that is rate of change of velocity
ਹੁਣ ਇੱਥੇ ਇੱਕ ਛੋਟੀ ਜਿਹੀ ਟ੍ਰਿਕ ਤੁਹਾਨੂੰ ਯਾਦ ਰੱਖਣੀ ਪੈਣੀ ਆ ਕਿ ਇਹਨੂੰ ਮੈਂ dv/dt ਨੂੰ ਮਲਟੀਪਲਾਈ ਕਰ ਦਿੰਨਾ dx/dx ਨਾਲ। ਜਿੰਨੀ ਰਕਮ ਨਾਲ ਗੁਣਾ ਕੀਤੀ ਓਨੇ ਨਾਲ ਹੀ ਡਿਵਾਈਡ ਕੀਤਾ, ਕੋਈ ਫਰਕ ਨਹੀਂ ਪਿਆ। ਹੁਣ ਆਹ ਵਾਲਾ dx ਨੂੰ ਮੈਂ ਇੱਧਰ ਲਿਖ ਲੈਣਾ, dt ਨੂੰ ਮੈਂ ਇੱਧਰ ਲਿਖ ਲੈਣਾ ਅਗਲੇ ਸਟੈਪ ਦੇ ਵਿੱਚ। ਸੋ ਇਟ ਬਿਕਮਸ dv/dx ਇੰਟੂ dx/dt। ਤਾਂ ਬੱਚਿਓ dx/dt ਇਹ ਸਾਡੇ ਕੋਲ ਕੀ ਬਣ ਗਿਆ v। ਤਾਂ ਇਹਦਾ ਮਤਲਬ ਐਕਸਲਰੇਸ਼ਨ ਦੀ ਇਕੁਏਸ਼ਨ ਬਣ ਗਈ v ਇੰਟੂ dv/dx। ਸੋ ਹੁਣ ਅਸੀਂ ਇਹਨੂੰ ਫਿਰ ਰੀਅਰੇਂਜ ਕਰੀਏ, dx ਨੂੰ ਲੈਫਟ ਹੈਂਡ ਸਾਈਡ ਤੇ ਲੈ ਆਈਏ। ਇਹਦਾ ਮਤਲਬ ਇਹ ਹੋਇਆ ਵੀ ਇਹ ਬਣ ਗਿਆ a ਟਾਈਮਸ dx ਇਕੁਅਲ ਟੂ v ਟਾਈਮਸ dv। ਇੱਧਰਲੇ ਪਾਸੇ ਚੇਂਜ ਇਨ ਪੋਜੀਸ਼ਨ ਆ ਗਈ, ਇੱਧਰਲੇ ਪਾਸੇ ਚੇਂਜ ਇਨ ਵੈਲੋਸਿਟੀ ਆ ਗਈ। ਤਾਂ ਹੁਣ ਅਸੀਂ ਇਹਨੂੰ ਦੋਨੇ ਪਾਸੇ ਇੰਟੈਗਰਲ ਕਰਾਂਗੇ। ਸੋ ਵੀ ਹੈਵ a ਇੰਟੂ dx ਇਕੁਅਲ ਟੂ v ਇੰਟੂ dv। ਇੱਧਰਲੇ ਪਾਸੇ ਇੰਟੈਗਰਲ ਕਰੀਏ ਕਿਉਂਕਿ ਚੇਂਜ ਕਰ ਰਿਹਾ ਡਿਸਟੈਂਸ, ਸੋ ਚੇਂਜ ਕਿੱਥੋਂ ਕਰ ਰਿਹਾ x0 ਟੂ x। ਇੱਧਰਲੇ ਪਾਸੇ ਵੈਲੋਸਿਟੀ ਚੇਂਜ ਕਰ ਰਹੀ ਆ। ਜਦੋਂ ਡਿਸਟੈਂਸ 0 ਸੀ ਤਾਂ ਵੈਲੋਸਿਟੀ ਵੀ 0 ਸੀ, ਜਦੋਂ ਡਿਸਟੈਂਸ x ਹੋ ਗਿਆ ਤਾਂ ਵੈਲੋਸਿਟੀ v ਬਣ ਗਈ। ਓਕੇ, ਸੋ ਐਕਸਲਰੇਸ਼ਨ ਸਾਡੀ ਬਾਹਰ ਆ ਜਾਏਗੀ ਬਿਕੋਜ਼ ਵੀ ਆਰ ਡੀਲਿੰਗ ਵਿਦ ਕੌਂਸਟੈਂਟ ਐਕਸਲਰੇਸ਼ਨ। ਸੋ dx ਦਾ ਇੰਟੈਗਰਲ x with between the limits x0 to x, so equal to v। ਹੁਣ v ਦਾ ਇੰਟੈਗਰਲ ਆਏਗਾ ਕਿਉਂਕਿ ਇੱਥੇ v ਦੀ ਪਾਵਰ 1 ਆ ਤੇ v ਹੀ ਸਾਡਾ ਇੱਥੇ ਵੇਰੀਏਬਲ ਆ, ਇਸ ਕਰਕੇ 1 + 1 2 ਡਿਵਾਈਡਡ ਬਾਏ 2 ਕਿਉਂਕਿ x ਦੀ ਪਾਵਰ n+1 upon n+1 within the limits v0 to v। ਓਕੇ, ਹੁਣ ਇਹਨੂੰ ਅਸੀਂ ਅੱਗੇ ਸੋਲਵ ਕਰ ਲਈਏ। x ਮਾਈਨਸ x0 ਵਿਚ ਬਿਕਮਸ ਆਵਰ ਡਿਸਪਲੇਸਮੈਂਟ ਇਕੁਅਲ ਟੂ 2 ਨੂੰ ਅਸੀਂ ਬਾਹਰ ਕੱਢ ਲਈਏ ਕਿਉਂਕਿ ਤਾਂ ਕੌਂਸਟੈਂਟ ਆ। ਵੇਰੀਏਬਲ ਦੇ ਵਿੱਚ ਪਹਿਲਾਂ ਅਪਰ ਲਿਮਟ ਭਰਨੀ ਆ, ਫਿਰ ਮਾਈਨਸ ਲੋਅਰ ਲਿਮਟ। ਸੋ v² ਮਾਈਨਸ v0 ਸਕੁਅਰ। 2 ਨੂੰ ਇੱਧਰਲੇ ਪਾਸੇ ਲੈ ਆਈਏ, ਸੋ ਇਹ ਬਣ ਗਿਆ 2ax ਮਾਈਨਸ x0 ਇਕੁਅਲ ਟੂ v² ਮਾਈਨਸ v0 square। So our third formula v² minus u² equal to 2as which was our third equation of motion। ਹੁਣ ਇਹ ਵਾਲੀਆਂ ਇਕੁਏਸ਼ਨਸ ਆਫ ਮੋਸ਼ਨਸ ਦੀ ਇੱਕ ਖਾਸੀਅਤ ਇਹ ਆ ਵੀ ਅਸੀਂ ਇਹਨੂੰ ਵੇਰੀਏਬਲ ਐਕਸਲਰੇਸ਼ਨ ਤੇ ਵੀ ਅਪਲਾਈ ਕਰ ਸਕਦੇ ਆ। ਕੀਤੀਆਂ ਤਾਂ ਅਸੀਂ ਕੌਂਸਟੈਂਟ ਐਕਸਲਰੇਸ਼ਨ ਵਾਸਤੇ ਆ, ਪਰ ਸਾਈਮਲਟੇਨੀਅਸਲੀ ਵੀ ਕੈਨ ਅਪਲਾਈ these equations on such situations where acceleration is changing also। ਸੋ ਹੁਣ ਅਸੀਂ ਇਕੁਏਸ਼ਨਸ ਆਫ ਮੋਸ਼ਨਸ ਤਿੰਨਾਂ ਦੇ ਬੇਸ ਦੇ ਉੱਤੇ ਇੱਕ ਨਿਊਮੈਰੀਕਲ ਕਰਕੇ ਦੇਖੀਏ, ਉਹਦੇ ਨਾਲ ਸਾਡੀ ਅੰਡਰਸਟੈਂਡਿੰਗ ਦਾ ਕਾਫੀ ਫਰਕ ਪੈ ਜਾਏਗਾ। ਇਕੁਏਸ਼ਨਸ ਆਫ ਮੋਸ਼ਨਸ ਦੀ ਹੈਲਪ ਦੇ ਨਾਲ ਇੱਕ ਛੋਟੀ ਜਿਹੀ ਪ੍ਰੋਬਲਮ ਸੋਲਵ ਕਰੀਏ ਜਿਸ ਵਿੱਚ ਸਾਡੇ ਕਈ ਤਰ੍ਹਾਂ ਦੇ ਡਾਊਟਸ ਆ ਜੋ ਕਲੀਅਰ ਹੋ ਜਾਣਗੇ ਤੇ ਅਸੀਂ ਫੈਮੀਲੀਅਰ ਹੋ ਜਾਵਾਂਗੇ ਕਿ ਕਿਵੇਂ ਅਸੀਂ ਫਾਰਮੂਲਾਜ਼ ਨੂੰ ਯੂਜ਼ ਕਰਨਾ ਹੈ। एग्जाम्पल नंबर 3.4 है NCERT बुक का। मल्टी स्टोरी बिल्डिंग दे जो कि 25 मीटरस हाई आ, बिल्डिंग की उचाई कितनी आ 25 मीटर। ये टॉप तो एक बॉल उपरले पासे नूं थ्रो की जाती है विद इनीशियल वेलोसिटी u इक्वल टू 20 मीटर पर सैकेंड नाल। इनीशियल वेलोसिटी दिती, उपर नूं बॉल सिटी, ਉੱਪਰ ਨੂੰ ਬॉल ਜਦੋਂ ਜਾਊਗੀ ਤਾਂ ਇਹ ਇੱਕ ਪੁਆਇੰਟ ਤੇ ਜਾ ਕੇ ਵਾਪਸ ਮੁੜ ਕੇ ਆਊਗੀ। ਜਿਹੜੇ ਪੁਆਇੰਟ ਤੱਕ ਪਹੁੰਚੀ ਉੱਥੇ ਮੋਮੈਂਟਰੀਲੀ ਇਟ ਵਿਲ ਬੀ ਐਟ ਰੈਸਟ। ਉੱਪਰ ਗਈ ਜਸਟ ਵਾਪਸ ਆਈ, ਤੋ ਉਸ ਤੋਂ ਬਾਅਦ ਇਹ ਬॉल ਨੀਚੇ ਆ ਕੇ ਗਰਾਊਂਡ ਤੇ ਡਿੱਗਦੀ ਹੈ। ਹੁਣ ਕਿਉਂਕਿ ਸਾਡੇ ਕੋਲ ਇਹ ਜੋ ਬਿਲਡਿੰਗ ਹੈ ਇਹ ਉੱਪਰ ਨੂੰ ਬਣੀ ਹੋਈ ਆ, ਸੋ ਇਟ ਇਜ਼ ਵਾਈ ਐਕਸਿਸ। ਸੋ ਅਸੀਂ ਇਹਨੂੰ ਡਿਸਪਲੇਸਮੈਂਟ ਨੂੰ ਜੋ ਉੱਪਰ ਨੂੰ ਗਈ ਬॉल ਤੇ ਫਿਰ ਥੱਲੇ ਨੂੰ ਆਈ, ਸੋ ਇਹਨੂੰ ਅਸੀਂ y ਮੰਨ ਕੇ ਚੱਲਦੇ ਹਾਂ ਕਿ ਸਾਡੀ ਜੋ ਹਾਈਟ ਹੈ ਟੋਟਲ ਜਿੱਥੇ ਤੱਕ ਬॉल ਟੋਟਲ ਗਈ ਉਹ y ਹੈ। ਹੁਣ ਅਸੀਂ
फाइंड करना है कि हाउ हाई विल दी बॉल राइज। सब तो पहला साडा ये क्वेश्चन आ कि बॉल उपर नूं कितनी दूर तक जाएगी। सो अवर y is from ground to point B and y naught is y naught की आ जिहड़ी पहला वाली पोजीशन सी, पहला वाली पोजीशन कितनी आ A तक। ਇਹਦਾ मतलब ये होया भी साडी जो y naught है वो साडी आह वाला डिस्टेंस हो गया ग्राउंड तो लैके बिल्डिंग दी हाइट। सो y naught की वैल्यू सानू दित्ती हुई आ 25 मीटर। हुण जेकर असी y ਦੇ ਵਿੱਚੋਂ y naught सबट्रैक्ट कर दईए दैन वी विल गैट हाउ हाई दी बॉल विल राइज। हुण साडे कोल तीन इक्वेशनस ने मोशनस दियां, एक v इक्वल टू u प्लस at, दूसरी s इक्वल टू ut प्लस हाफ at स्केयर ते v स्केयर माइनस u स्केयर इक्वल टू 2as। एस की जगह के उत्ते साडे कोल इत्थे असीं की चूज किया y माइनस वाई नॉट। इत्थे की आएगा y माइनस वाई नॉट। सो ये साडा एस है डिस्टेंस इन y डायरैक्शन। जे x डायरैक्शन च हुंदा तां असीं इत्थे x माइनस एक्स नॉट लिख सकते सी। हुण असीं देखना है सब तो पहला नूमैरिकल दे विच किहड़ी चीज़ इंपॉर्टेंट आ सानू ये पता होना चाहिए कि वट वी आर गिवन विद इन दी स्टेटमेंट। सो इत्थे की दिता गया है सानू दिता होया जी बिल्डिंग दी हाइट 25 मीटर, दूसरे नंबर ते सानू बॉल दी इनीशियल वेलोसिटी दिती है। सो वी आर गिवन विद वाई नॉट, वी आर गिवन विद इनीशियल वेलोसिटी 20 मीटर पर सैकेंड। तीसरी चीज़ जदों बॉल नूं उपर सिੱਟਦੇ आ ਤਾਂ एक्सलरेशन ड्यू टू ग्रैविटी लगदी आ। सो जी सानू इन्हें क्वेश्चन दे विच पहले ही दस्सिया टेक जी इज इक्वल टू 10 मीटर पर सैकेंड स्केयर फॉर कैलकुलेशनस टू बी ईजी। वैसे इत्थे असीं 9.8 मीटर पर सैकेंड स्केयर यूज़ करते हुंदे आ। सो इत्थे सानू इन्हें कहा तां असीं 10 मीटर पर सैकेंड स्केयर लिखांगे। हुण सब तो इंपॉर्टेंट जी कदों पॉजिटिव हो लैनी आ कदों नैगेटिव लैनी आ। ਅਸੀਂ अर्थ ਤੇ ਰਹਿੰਦੇ ਹਾਂ। सो दिस इज़ आवर ग्राउंड तो ਜਦੋਂ ਉੱਪਰਲੇ ਪਾਸੇ ਨੂੰ ਅਸੀਂ ਮੈਜਰਮੈਂਟਸ ਕਰਦੇ ਹਾਂ ਦੈਨ ਵੀ ਵਿਲ ਟੇਕ ਦ ਡਿਸਟੈਂਸਿਸ ਪੋਜ਼ਿਟਿਵ। ਜਦੋਂ ਅਸੀਂ ਉੱਪਰ ਨੂੰ ਜਾਂਦੇ ਹਾਂ ਤਾਂ ਅਸੀਂ ਕਹਿੰਦੇ ਹਾਂ 25 ਮੀਟਰ ਹਾਈਟ ਹੋ ਗਈ, 50 ਹੋ ਗਈ, 100 ਹੋ ਗਈ, ਤਾਂ ਉੱਪਰ ਨੂੰ ਡਿਸਟੈਂਸਿਸ ਅਸੀਂ ਪੋਜ਼ਿਟਿਵ ਲੈਂਦੇ ਹਾਂ। ਜ਼ਮੀਨ ਦੇ ਥੱਲੇਲੇ ਪਾਸੇ ਨੂੰ ਨੈਗੇਟਿਵ ਲੈਂਦੇ ਹਾਂ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹਮੇਸ਼ਾ नीचे नूं लगदी आ टुवर्ड दी सेंटर ऑफ दी अर्थ। ਇਹਦਾ मतलब एक्सलेशन ड्यू टू ग्रैविटी विल बी नैगेटिव क्योंकि ये थल्ले नूं लगदी आ। ओके हुण आ साडे कोले सैट ऑफ गिवन क्वांटिटीज़ आ। असी फाइंड की करना बॉल साडी उपर किन्ने तक गई, मतलब असी की फाइंड करना y माइनस वाई नॉट। y दे विच्चों वाई नॉट असी आ चीज़ फाइंड करनी आ भी उपरला डिस्टेंस आ जो वो कितना होएगा। सो किहड़ा फॉर्मूला यूज़ करिए पहले दे विच दूसरे दे विच भी वाई माइनस वाई नॉट हैगा, सानू इनीशियल वेलोसिटी भी पता, टाइम सानू नहीं पता। तीसरे दे विच सानू वी पता क्योंकि टॉप दे उत्ते जाके वेलोसिटी फाइनल वेलोसिटी 0 हो जाएगी। सो वी वाई एट टॉप विल बी 0 मीटर पर सैकेंड। ਇਹਦਾ मतलब सानू इनीशियल वेलोसिटी भी पता 20 मीटर पर सैकेंड, फाइनल भी पता, एक्सलेशन ड्यू टू ग्रैविटी भी पता। वी कैन ईजीली कैलकुलेट y माइनस वाई नॉट। ओके सो लेट अस डू इट। सो इत्थे वैल्यूज पुट करिए 0 स्केयर माइनस u स्केयर 20 स्केयर इक्वल टू 2 टाइम्स माइनस 10 y माइनस वाई नॉट। हाँ जी सो आ तो 0 आ गया माइनस v का स्केयर 400 इक्वल टू माइनस 20 y माइनस वाई नॉट। सो नैगेटिव साइन साडा कैंसल हो जाएगा जी दोनों पासों। तो y माइनस वाई नॉट साडे कोल कितना आ गया 400 डिवाइडेड बाय 20। सो 20 मीटर।
सो y माइनस वाई नॉट कम्स आउट टू बी 20 मीटर। सो साडा पहला क्वेश्चन जो है बॉल उपर तक कित्थे तक जाएगी 20 मीटर तक। ਇਹਦਾ मतलब 25 मीटर ਉੱਚੀ ਤਾਂ ਸਾਡੀ ਬਿਲਡਿੰਗ ਹੀ ਸੀ ਤੇ 20 मीटर ਸਾਡੀ ਬॉल ਚਲੀ ਗਈ। ਸੋ ਟੋਟਲ y ਦੀ ਵੈਲਿਊ ਕਿੰਨੀ ਆ ਗਈ ਸਾਡੀ 25 प्लस 20 इक्वल टू 45 मीटर्स। सो साडा पहला क्वेश्चन का आंसर मिल गया। हाउ हाई विल दी बॉल राइज? इट विल राइज 20 मीटर्स फ्रॉम द टॉप ऑफ द बिल्डिंग और फ्रॉम ग्राउंड 45 मीटर्स। सो इत्थे साडा फस्ट पार्ट ऑफ द क्वेश्चन जो है वो कंप्लीट हो जाता। हुण असीं आउणे आ सैकेंड पार्ट ते। सैकेंड पार्ट ते सैकेंड पार्ट नूं करन दे लई दो मैथड चूज किए जा सकते हैं। बड़े ध्यान नाल देखियो कि असी किवें यूज़ करते हैं। सब तो पहला असी की करते हैं, फस्ट मैथड यूज़ करते हैं जी। ए पॉइंट तो लैके बी पॉइंट तक देखिए कितना टाइम लगेगा। सपोज कर लिए टाइम फ्रॉम ए टू बी लेट इट बी T1, टाइम फ्रॉम बी टू बी तो लैके सी तक लेट इट बी T2। तो टोटल टाइम कढ़न लई असीं T1 प्लस T2 कर देंगे, ये साडा टोटल टाइम आ जाएगा। दोने असीं टोटल जो साडा ट्रजैक्टरी है बॉल दी इनू दो पार्ट्स दे विच डिवाइड कर लिया। एक तो A तो लैके B तक, दूजा B तो लैके C तक। हुण पहले पार्ट की गल करिए, ए तो लैके बी तक कितना टाइम लग्या, किहड़ी इक्वेशन यूज़ करिए? साडे कोल आ तीन इक्वेशनस ने। हुण असीं टाइम कढ़ना, इहदा मतलब असीं वो इक्वेशन यूज़ कर सकते हैं जिहदे विच टी होवे। तीजी इक्वेशन असीं यूज़ नहीं कर सकते बिकॉज इट डज नॉट इनकलूड एनी टाइम। जां असीं सैकेंड यूज़ करिए जां फस्ट यूज़ करिए। साडे कोले वाई माइनस वाई नॉट हैगा 20 मीटर, आ 20 मीटर सीगा। सानू इनीशियल वेलोसिटी पता, टाइम असीं कढ़ना ही आ, एक्सेलरेशन सानू पता। पर जे पहली इक्वेशन लाइए कि उहदे नाल साडा परपस सॉल्व होंदा, सानू वी पता, फाइनल वेलोसिटी इत्थे जाके 0 आ, यू सानू पता 20 मीटर पर सैकेंड, एक्सेलरेशन ड्यू टू ग्रैविटी सानू पता, टाइम। सो इत्थे सानू कैलकुलेशनस ईजी होणगियां। नो डाउट असीं दोनों चों जिहड़ी मर्जी ला सकते हैं, पर पहली इक्वेशन लाइए क्योंकि कैलकुलेशनस ईजी ने। सो वी इक्वल्स यू प्लस ए टी। वी साडी 0 है, यू साडी 20 है, एक्सेलरेशन -10, टी कढ़ना है जी। सो वी बी -10 टी। सो और -10 टी इक्वल टू -20। सो टी कितना आ गया जी 2 सैकेंड्स। सो 2 सैकेंड लगणगे, ये साडा T1 होएगा ए तो लैके बी तक बॉडी दे जाण वास्ते। हुण असीं सैकेंड मैथड यूज़ करिए। सैकेंड पार्ट इहदा बी तो लैके सी तक। बी तो लैके सी तक जाण लई साडे कोले इनीशियल वेलोसिटी यू, इत्थों इनीशियल वेलोसिटी, क्योंकि बॉडी जदों वापस मुड़ेगी एकदम पहला जस्ट इट विल मोमेंटरीली कम्स एट रेस्ट। सो यू विल बी 0। ओके, टाइम असी कढ़ना है T2। एक्सेलरेशन ड्यू टू ग्रैविटी सानू पता -10 मीटर पर सैकेंड स्क्वेयर। हुण असी देखिए y माइनस वाई नॉट साडा कितना आएगा। y साडी फाइनल डिसप्लेसमेंट अलॉन्ग वाई डायरैक्शन, फाइनल डिसप्लेसमेंट सैकेंड मोशन दी B तो लैके जदों C तक बॉडी आएगी, सब तो पहला तो यह B ते आ। B ते आ तो मतलब इसकी इनीशियल पोजीशन कितनी होगी वाई नॉट, इत्थों तो लैके इत्थे तक का डिस्टेंस 45। सो -45 तो वाई कितनी होगी, वाई साडी इहदी फाइनल पोजीशन अलॉन्ग वाई एक्सिस कित्थे डिगदी आके नीचे। सो ग्राउंड ते डिगदी है तो मतलब 0। सो 0 -45। सो इसका मतलब y माइनस वाई नॉट साडी कितनी आ जाएगी -45
मीटर। आओ हुण असीं इस डाटे तो फॉर्मूले दे विच अप्लाई करिए। सो सैकेंड फॉर्मूला इज़ द मोस्ट सुटेबल फॉर दिस। वाई माइनस वाई नॉट माइनस 45 इक्वल टू यू टी, यू साडा 0 आ, इस करके 0t प्लस हाफ एक्सलेशन साडी -10 इंटू टी स्केयर। सो -45 इक्वल टू हाफ विद नेगेटिव साइन 10t स्केयर। सो 2 5s दा 10। सो ये साडे कोले आ गया -45 इक्वल टू -5t स्केयर। सो t स्केयर इक्वल टू 45 अपॉन 5 विच इन टर्न इक्वल टू 9। सो t किहदे बराबर आ गया जी 3 मीटर दे, सॉरी 3 सैकेंड्स। ਇਹਦਾ मतलब T2 साडा जो है बॉडी B तो लैके C तक 3 सैकेंड च आ जाएगी। तो साडा टोटल टाइम कितना हो गया? T1 असी कढ़िया सीगा 2 सैकेंड्स, T2 3 सैकेंड्स। सो टोटल टाइम इज T1 प्लस T2 इक्वल टू 5 सैकेंड्स। सो सैकेंड साडा जो क्वेश्चन सी, हाउ लॉन्ग इट विल बी बिफोर द बॉल हिट्स द ग्राउंड, कितना टाइम लगेगा ਇੱਥੇ ਉੱਪਰ ਨੂੰ ਬੋਲ ਸਿੱਟਣ ਤੋਂ ਲੈ ਕੇ ਥੱਲੇ ਗਰਾਊਂਡ ਤੱਕ ਜਾਣ ਲਈ। ਸੋ ਇਟ ਵਿਲ ਟੇਕ 5 ਸੈਕਿੰਡਸ। ਹੁਣ ਜੋ ਸੈਕਿੰਡ ਪਾਰਟ ਆਫ ਦੀ ਕੁਐਸਚਨ ਆ ਟਾਈਮ ਕੱਢਣ ਲਈ, ਇਹਨੂੰ ਅਸੀਂ ਇੱਕ ਥੋੜ੍ਹੇ ਜਿਹੇ ਡਿਫਰੈਂਟ ਮੈਥਡ ਨਾਲ ਕਰਦੇ ਹਾਂ। ਫਿਰ ਬਾਅਦ ਦੇ ਵਿੱਚ ਤੁਸੀਂ ਦੇਖਿਓ ਤੁਹਾਨੂੰ ਜਿਹੜਾ ਈਜ਼ੀ ਲੱਗਿਆ ਤੁਸੀਂ ਉਹ ਯੂਜ਼ ਕਰ ਸਕਦੇ। ਪਹਿਲੇ ਮੈਥਡ ਦੇ ਵਿੱਚ ਅਸੀਂ ਬੋਡੀ ਦੀ ਟ੍ਰੈਜੈਕਟਰੀ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀ। ਇੱਕ ਤਾਂ A ਤੋਂ ਲੈ ਕੇ B ਤੱਕ, ਦੂਜਾ B ਤੋਂ ਲੈ ਕੇ C ਤੱਕ। ਦੋਨਾਂ ਦਾ ਅਲੱਗ-ਅਲੱਗ ਟਾਈਮ ਕੱਢਿਆ ਨੀਚੇ ਆਉਣ ਦਾ, ਪਹਿਲਾਂ ਉੱਪਰ ਜਾਣ ਦਾ, ਫਿਰ ਨੀਚੇ ਆਉਣ ਦਾ। ਦੋਨਾਂ ਨੂੰ ਅਸੀਂ ਜੋੜਤਾ ਤੇ ਅਸੀਂ ਆਨਸਰ ਕੱਢਿਆ। ਸੋ ਇਟ ਵਾਜ਼ ਕੁਆਇਟ ਏ ਲੈਂਥੀ ਮੈਥਡ। ਹੁਣ ਅਸੀਂ ਇਸ ਟ੍ਰੈਜੈਕਟਰੀ ਨੂੰ ਬਿਨਾਂ ਤੋੜੇ ਹੀ ਕਰਾਂਗੇ। ਇੱਥੋਂ ਦੇਖੀਏ ਸਾਡੇ ਕੋਲ ਉੱਪਰਲੇ ਪਾਸੇ ਨੂੰ ਇਨੀਸ਼ੀਅਲ ਵੈਲੋਸਿਟੀ ਸੀ 20 मीटर पर सेकेंड। सो सेकेंड मैथड, तो u इज 20 मीटर पर सेकेंड। ओके, नाउ अखीर च बॉडी ग्राउंड ते आके डिगदी आ, ਇਹਦਾ मतलब y साडी 0 होएगी ते बॉडी दी y नॉट कितनी होएगी? इनीशियल पोजीशन, इनीशियल पोजीशन A ते आ ते A दी इनीशियल पोजीशन कित्थे पई आ? नीचे तो ये 25 मीटर ते पई आ। ਇਹਦਾ मतलब y नॉट साडे कोल कितनी आ गई? 25 मीटर। सो इस डेटे की हैल्प दे नाल एक्सलेशन ड्यू टू ग्रैविटी साडे कोले उन्नी हुई आ -10 मीटर पर सेकेंड स्केयर। सो आओ इस डाटे की हैल्प दे नाल असीं अगेन आही वाला फॉर्मूला लाइए तो आंसर देखिए। लो जी, y माइनस वाई नॉट इक्वल टू यू टी प्लस हाफ ए टी स्केयर। सो y की वैल्यू 0 माइनस वाई नॉट इज़ 25 इक्वल टू u इज़ 20, t असी कढ़ना है प्लस हाफ a इज़ -10 इंटू टी स्केयर। लो जी, -25 इक्वल टू 20t, इत्थे साडे कोल आ गया -5t स्केयर, आ कैंसल हो गए। सो इट विल बी ए क्वाड्रेटिक एंड टी। देखो मैं आह वाली टर्म नूं लैफ्ट साइड लैके आउण लग्या 5t स्केयर, 20t नूं लैफ्ट ते लैके आउण लग्या, इधर पॉजिटिव आए -20t हो गया। 25 नूं भी मैं इत्थे रख लैना -25 इक्वल टू 0। सो दिस बिकम्स ए क्वाड्रेटिक इन टी। आंसर की आएगा? असी रूट्स वाला फॉर्मूला ला लीए। t इक्वल टू -b मीनस 20 प्लस माइनस b स्केयर, 20 का स्केयर किया जी 400 -4 a इज़ 5 c इज़ -25। सो b स्केयर -4 ac का अंडर रूट डिवाइडेड बाय 2a मीनस 10। सो आओ देखिए t कितना आया 20 प्लस माइनस अंडर दी रूट
400 ਮਾਈਨਸ ਮਾਈਨਸ ਤੇ ਮਾਈਨਸ ਸਾਡਾ ਪਲੱਸ ਹੋ ਜਾਏਗਾ। 5 ਚੌਕਾ 20 ਤੇ 25 ਦੂਣ 50। ਲਓ ਜੀ, ਤੇ ਡਿਵਾਈਡਡ ਬਾਏ 10। ਲਓ ਇਹਨੂੰ ਸੋਲਵ ਕਰੀਏ। t ਇਕੁਅਲ ਟੂ 20 ਪਲੱਸ ਮਾਈਨਸ 900 ਅੰਡਰ ਦੀ ਰੂਟ ਡਿਵਾਈਡਡ ਬਾਏ 10। ਸੋ ਇਟ ਇਜ਼ 20 ਪਲੱਸ ਮਾਈਨਸ ਸਕੇਅਰ ਰੂਟ ਕੱਢਣ ਲਈ ਅਸੀਂ ਇਹਦੇ ਫੈਕਟਰ ਬਣਾ ਲੈਂਦੇ ਹਾਂ। 3 ਟਾਈਮਸ 3 3 3 ਦਾ 9 ਟਾਈਮਸ 10 ਟਾਈਮਸ 10। ਲਓ ਜੀ, ਸੋ ਇਹ ਕਿੰਨਾ ਆ ਗਿਆ ਜੀ? t ਇਕੁਅਲਸ 20 ਪਲੱਸ ਮਾਈਨਸ ਇੱਥੋਂ ਇੱਕ 3 ਆ ਗਿਆ ਸਾਡਾ ਬਾਹਰ, ਇੱਕ 10 ਆ ਗਿਆ, ਇਹਦਾ ਮਤਲਬ 30 ਅਪੋਨ 10। ਸੋ ਇੱਕ ਵਾਰੀ ਇਹਨੂੰ ਲਿਖਾਂਗੇ 20 ਪਲੱਸ 30 ਬਟੇ 10, ਦੂਜਾ ਰੂਟ ਆਏਗਾ 20 ਮਾਈਨਸ 30 ਬਟੇ 10। ਸੋ ਪਹਿਲੇ ਰੂਟ ਤੋਂ 50/10 ਇਜ਼ 5, ਦੂਜਾ ਰੂਟ ਸਾਡਾ ਨੈਗੇਟਿਵ ਆਏਗਾ ਕਿਉਂਕਿ ਨੈਗੇਟਿਵ ਟਾਈਮ ਹੋ ਨਹੀਂ ਸਕਦਾ, ਇਸ ਕਰਕੇ ਜੋ ਸਾਡਾ ਇੱਧਰਲੇ ਪਾਸੇ -1 ਆਏਗਾ ਇਹਨੂੰ ਅਸੀਂ ਛੱਡ ਦਾਂਗੇ ਰੂਟ ਨੂੰ। ਤਾਂ t ਵਿਲ ਬੀ ਇਕੁਅਲ ਟੂ 5 ਸੈਕਿੰਡਸ। ਅਗੇਨ ਅਸੀਂ ਉਸੇ ਰਿਜ਼ਲਟ ਤੇ ਪਹੁੰਚੇ ਹਾਂ, ਸੇਮ ਰਿਜ਼ਲਟ ਤੇ ਪਹੁੰਚੇ ਹਾਂ। ਤਾਂ ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਕਿਹੜਾ ਮੈਥਡ ਚੂਜ਼ ਕਰਦੇ ਹਾਂ। ਇਹਨੂੰ ਸਪਲਿਟ ਕਰਕੇ ਕਰ ਲੈਂਦੇ ਹਾਂ ਜਾਂ ਇੱਕੋ ਹੀ ਮੋਸ਼ਨ ਲੈ ਕੇ ਕਰਦੇ ਹਾਂ। ਕਾਇਨਾਮੈਟਿਕਸ ਦੀ ਇਕੁਏਸ਼ਨਸ ਨੂੰ ਸੋਲਵ ਕਰਕੇ ਇੱਕ ਅਜਿਹੀ ਐਗਜ਼ਾਮਪਲ ਕੀਤੀ ਹੈ ਜਿਹਦੇ ਵਿੱਚ ਆਲਮੋਸਟ ਇਕੁਏਸ਼ਨਸ ਯੂਜ਼ ਹੋਈਆਂ ਨੇ। ਇਸ ਦੇ ਨਾਲ ਵਾਲੇ ਹੋਰ ਕੁਐਸਚਨ ਵੀ ਕਰ ਸਕਦੇ ਹੋ ਅਤੇ ਪ੍ਰੈਕਟਿਸ ਕਰ ਸਕਦੇ ਹੋ।